ਹਾਂਜੀ। ਸੋ ਤੁਸੀਂ ਜੁੜ ਬੈਠੇ ਹੋ KBIF 900 ਦੇ ਨਾਲ। ਮੀਰੀ ਪੀਰੀ ਦਾ ਇਹ ਐਪੀਸੋਡ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈ ਮਹਿੰਦਰ ਸਿੰਘ ਸੰਧਾਵਾਲੀਆ। ਸੋ ਅੱਜ ਆਪਾਂ ਇਤਿਹਾਸ ਦੇ ਅਗਲੇ ਪੰਨਿਆਂ ਦੇ ਉੱਪਰ ਚੱਲਾਂਗੇ। ਐਂਗਲੋ ਸਿੱਖ ਵਾਰ ਜਿਹਨੂੰ ਕਹਿੰਦੇ ਪਹਿਲੀ ਫਸਟ ਐਂਗਲੋ ਸਿੱਖ ਵਾਰ, ਜਾਂ ਆਪਾਂ ਇਹ ਕਹਿ ਲਈਏ ਕਿ ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਮੁਦਗੀ ਦੇ ਸਥਾਨ 'ਤੇ ਜਿਹੜੀ ਹੋਈ ਹੈ, ਅੱਜ ਆਪਾਂ ਉਹ ਅਤੇ ਉਸ ਦਾ ਜਿਹੜਾ ਪਹਿਲੋਂ ਉਹ ਕਿਵੇਂ ਸ਼ੁਰੂ ਹੋਈ ਉਹ ਥੋੜ੍ਹਾ ਜਿਹਾ ਤੁਹਾਡੇ ਨਾਲ ਮੈਂ ਅੱਜ ਇਹ ਇਤਿਹਾਸ ਸਾਂਝਾ ਕਰਾਂਗਾ। ਇਤਿਹਾਸ ਦਾ ਇਹ ਜਿਹੜੇ ਪੰਨੇ ਨੇ, ਅੰਗਰੇਜ਼ ਹੁਣ ਹਮਲੇ ਦੀ ਤਿਆਰੀ ਪੂਰੀ ਕਰ ਰਹੇ ਸੀ। 20 ਨਵੰਬਰ 1845 ਦੇ ਦਿਨ ਅੰਬਾਲਾ ਅਤੇ ਮੇਰਠ ਛਾਉਣੀਆਂ ਵਿੱਚ ਬੈਠੀ ਫੌਜ ਨੂੰ ਲੜਾਈ ਲਈ ਤਿਆਰ ਰਹਿਣ ਦੇ ਹੁਕਮ ਸੁਣਾ ਦਿੱਤੇ ਗਏ ਸਨ। 10 ਦਸੰਬਰ 1845 ਨੂੰ ਇਹ ਫੌਜ ਫਿਰੋਜ਼ਪੁਰ ਵੱਲ ਚੱਲ ਪਈ ਸੀ, ਕਿਉਂਕਿ ਮੁਦਕੀ ਜਿਹੜਾ ਵਾ ਉਹ ਫਿਰੋਜ਼ਪੁਰ ਦੇ ਨੇੜੇ ਪੈਂਦਾ। ਲੁਧਿਆਣੇ ਤੋਂ ਅੰਗਰੇਜ਼ੀ ਫੌਜ ਦਾ ਬ੍ਰਿਗੇਡੀਅਰ ਵੀਲਰ ਵੀ ਵੱਡੀ ਗਿਣਤੀ ਦੀ ਫੌਜ ਲੈ ਕੇ ਫਿਰੋਜ਼ਪੁਰ ਵੱਲ ਤੁਰ ਪਿਆ ਸੀ। 17 ਦਸੰਬਰ 1845 ਨੂੰ ਅੰਗਰੇਜ਼ੀ ਫੌਜ ਅੰਬਾਲਾ, ਲੁਧਿਆਣਾ ਅਤੇ ਬਾਕੀ ਕੁਝ ਫਿਰੋਜ਼ਪੁਰ ਤੋਂ ਰਲ ਕੇ 17,000 ਦੀ ਗਿਣਤੀ ਵਿੱਚ ਇਹ ਟੋਟਲ ਉੱਥੇ ਇਕੱਠੇ ਹੋ ਗਏ ਸਨ। ਉਹਨਾਂ ਪਾਸ 69 ਤੋਪਾਂ ਵੀ ਸਨ। ਕਲਕੱਤਾ ਰਿਵਿਊ ਮੁਤਾਬਕ ਉਹਦੇ 472 ਅੰਕ ਦੇ ਸਫਾ 16 ਦੇ ਉੱਪਰ ਲਿਖਿਆ ਕਿ ਫੌਜ ਦੀ ਗਿਣਤੀ 17,727 ਸੀ ਉਸ ਵੇਲੇ, ਅਤੇ ਲਾਰਡ ਹਾਰਡਿੰਗ ਦੀ ਅਗਵਾਈ ਵਿੱਚ 16,700 ਜਵਾਨ ਹੋਰ ਆ ਗਏ। ਸੋ ਸਾਰੀ ਗਿਣਤੀ ਅੰਗਰੇਜ਼ ਫੌਜ ਦੀ ਲਗਭਗ 32,500 ਦੇ ਲਾਗੇ ਛਾਗੇ ਹੋ ਗਈ। ਦੂਜੇ ਪਾਸੇ ਸਿੱਖ ਫੌਜਾਂ ਦੀ ਗਿਣਤੀ ਜਿਹੜੀ ਉਹ ਵੀ 35 ਤੋਂ 40,000 ਦੇ ਲਾਗੇ ਸੀ। ਲਾਹੌਰ ਦਰਬਾਰ ਵਿੱਚ ਬੈਠੇ ਲਾਲ ਸਿਉਂ ਅਤੇ ਤੇਜਾ ਸਿਉਂ ਗਦਾਰ ਇੱਥੇ ਹੀ ਅੰਗਰੇਜ਼ਾਂ ਨਾਲ ਸਾਰੀ ਯੋਜਨਾ ਬਣਾ ਰਹੇ ਸਨ। ਅਸਲ ਵਿੱਚ ਇਹਨਾਂ ਦੋਹਾਂ ਗਦਾਰਾਂ ਦਾ ਸਿੱਖ ਫੌਜ ਨੂੰ ਸਿਰਫ ਹਰਾਉਣ ਦਾ ਹੀ ਇਰਾਦਾ ਨਹੀਂ ਸੀ, ਬਲਕਿ ਉਹ ਚਾਹੁੰਦੇ ਸਨ ਕਿ ਸਿੱਖ ਫੌਜ ਦੀ ਤਾਕਤ ਤਬਾਹ ਹੋ ਜਾਵੇ, ਕਿਉਂਕਿ ਉਹ ਸਿੱਖ ਫੌਜ ਦੇ ਅਫਸਰਾਂ ਕੋਲੋਂ ਹਰ ਵੇਲੇ ਡਰਦੇ ਰਹਿੰਦੇ ਸਨ ਕਿ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਕੀ ਕਰ ਦੇਣਾ ਹੈ। ਸੋ ਆਪ ਉਹਨਾਂ ਨੇ ਅੰਗਰੇਜ਼ਾਂ ਦੇ ਹੇਠ ਵਜ਼ੀਰੀਆਂ ਲੈਣ ਦਾ ਅੰਗਰੇਜ਼ਾਂ ਦੇ ਨਾਲ ਸਮਝੌਤਾ ਜਿਹੜਾ ਉਹ ਕਰ ਲਿਆ ਸੀ। ਸਿੱਖ ਫੌਜੀਆਂ ਨੂੰ ਉਤਸ਼ਾਹਿਤ ਕਰਨ ਲਈ, ਉਹਨਾਂ ਨੂੰ ਉਕਸਾਉਣ ਵਾਸਤੇ ਉਹਨਾਂ ਨੇ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਵਿੱਚ ਉਹਨਾਂ ਨੇ ਕੁਝ ਇਨਕਰੇਜਿੰਗ ਜਿਹੜੇ ਆ ਹੌਸਲਾ ਦੇਣ ਵਾਲੀ ਗੱਲ ਵੀ ਕੀਤੀ ਕਿ ਅਸੀਂ ਅੰਗਰੇਜ਼ਾਂ ਦੇ ਉੱਤੇ, ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ 'ਤੇ ਕਬਜ਼ਾ ਕਰ ਲਾਂਗੇ, ਦਿੱਲੀ ਤੋਂ ਅਸੀਂ ਕਲਕੱਤੇ ਤੱਕ ਪਹੁੰਚ ਜਾਵਾਂਗੇ। ਇਹੋ ਜਿਹੀਆਂ ਵੀ ਉਹਨਾਂ ਨੇ ਉਹਨਾਂ ਨੂੰ ਸਭ ਜਵਾਬ ਵਿਖਾਉਣੇ ਸ਼ੁਰੂ ਕਰ ਦਿੱਤੇ। ਪਰ ਦੂਸਰੇ ਪਾਸੇ ਅਸਲ 'ਚ ਉਹ ਅੰਗਰੇਜ਼ਾਂ ਨਾਲ ਰਲੇ ਹੋਏ ਸੀ ਅਤੇ ਉਹਨਾਂ ਨੇ ਸਿੱਖ ਫੌਜ ਦੀ ਤਾਕਤ ਨੂੰ ਖਤਮ ਕਰਾਉਣਾ ਸੀ। JS ਗਾਰਡਨ ਆਪਣੀ ਕਿਤਾਬ ਦਾ ਸਿੱਖਸ ਵਿੱਚ ਲਿਖਦਾ ਕਿ 13 ਦਸੰਬਰ 1845 ਨੂੰ ਲਾਰਡ ਹਾਰਡਿੰਗ ਨੇ ਲਾਹੌਰ ਦਰਬਾਰ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ। ਲਾਰਡ ਹਾਰਡਿੰਗ ਜਿਹੜਾ, ਇਸ ਨੂੰ ਟੁੰਡੀ ਲਾਟ ਵੀ ਕਹਿੰਦੇ ਸੀ। ਹੁਣ ਤੱਕ ਸਿੱਖਾਂ ਨੇ ਕੋਈ ਪਹਿਲ ਨਹੀਂ ਸੀ ਕੀਤੀ। ਇਹ ਸਾਰੇ ਬਾਰੇ ਕਈ ਇਤਿਹਾਸਕਾਰ ਜਿਹੜੇ ਨੇ, ਜਿਵੇਂ MC ਸਮਾਈਥ ਹੈ, ਮਕਰੈਗਰ ਹੈ, JH ਗਾਰਡਨ ਹੈ, ਉਹਨਾਂ ਸਾਰਿਆਂ ਨੇ ਆਪਣੀਆਂ ਕਿਤਾਬਾਂ ਵਿੱਚ ਲਿਖਿਆ ਕਿ ਸਿੱਖਾਂ ਨੇ ਪਹਿਲ ਨਹੀਂ ਸੀ ਕੀਤੀ। ਪਰ ਅਸੀਂ, ਉਹ ਕਹਿੰਦੇ ਆ ਕਿ ਅਸੀਂ ਅੰਗਰੇਜ਼ ਜਿਹੜੇ ਆ ਉਹ ਚਿਰਾਂ ਤੋਂ ਸਿੱਖਾਂ ਦੇ ਖਿਲਾਫ ਹਾਕਮਾਨਾ ਵਤੀਰਾ ਅਪਣਾ ਰਹੇ ਸਾਂ। ਅਸੀਂ ਦੋਸਤੀ ਦੇ ਅਸੂਲ ਆਪ ਹੀ ਤੋੜੇ ਸਨ। ਅਖਬਾਰਾਂ ਅਤੇ ਸਿਆਸੀ ਆਗੂ ਕਈ ਚਿਰ ਤੋਂ ਇਹੀ ਰੌਲਾ ਪਾ ਰਹੇ ਸਨ ਕਿ ਸਿੱਖ ਆ ਰਹੇ ਹਨ। ਸੋ ਸੰਖੇਪ ਵਿੱਚ ਜੇ ਇਹ ਆਖਿਆ ਜਾਵੇ ਕਿ ਅੰਗਰੇਜ਼ ਪਿਛਲੇ 4 ਸਾਲਾਂ ਤੋਂ ਪੰਜਾਬ ਨੂੰ ਕਬਜ਼ੇ ਵਿੱਚ ਕਰਨ ਦੀ ਯੋਜਨਾ ਬਣਾ ਰਹੇ ਸੀ, ਫੌਜੀ ਤਿਆਰੀ ਕਰ ਰਹੇ ਸਨ, ਅਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। 11 ਦਸੰਬਰ ਨੂੰ ਸਿੱਖ ਫੌਜ ਨੇ ਫਿਰੋਜ਼ਪੁਰ ਵਾਲੀ ਬਾਹੀ ਤੋਂ ਸਤਲੁਜ ਨੂੰ ਪਾਰ ਕੀਤਾ। ਉਸ ਸਮੇਂ ਫਿਰੋਜ਼ਪੁਰ ਛਾਉਣੀ ਵਿੱਚ ਮੇਜਰ ਜਨਰਲ ਸਰ ਜੌਨ ਲਿਟਲਰ ਪਾਸ ਸਿਰਫ 7,000 ਫੌਜੀ ਸਨ
ਤੇ 12 ਤੋਪਾਂ ਸੀ। ਸਿੱਖ ਫੌਜਾਂ ਦੀ ਆਮਦ ਦਾ ਸੁਣ ਕੇ ਉਹ ਘਾਬਰ ਗਿਆ ਤੇ ਆਪਣੇ ਆਪ ਨੂੰ ਕਿਲੇ ਵਿੱਚ ਬੰਦ ਕਰ ਲਿਆ ਉਸਨੇ। 14 ਦਸੰਬਰ ਨੂੰ ਸਿੱਖ ਫੌਜੀ ਅਫਸਰ ਉਹਨਾਂ ਨੇ ਜ਼ੋਰ ਪਾਇਆ ਲਾਲਸੋਂ 'ਤੇ ਕਿ ਅਸੀਂ ਫਿਰੋਜ਼ਪੁਰ ਉੱਪਰ ਉਸੇ ਦਿਨ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਈਏ। ਤੇ ਕਿਉਂਕਿ ਲੁਧਿਆਣਾ ਅੰਬਾਲਾ ਤੋਂ ਹਾਲੇ ਅੰਗਰੇਜ਼ੀ ਫੌਜ ਉੱਥੇ ਨਹੀਂ ਸੀ ਪਹੁੰਚੀ। ਉਸ ਸਮੇਂ ਉਸ ਕਿਲੇ ਵਿੱਚ 45 ਲੱਖ ਦਾ ਖਜ਼ਾਨਾ ਅਤੇ ਬੇਅੰਤ ਜੰਗੀ ਸਮਾਨ ਪਿਆ ਸੀ। ਪਰ ਉਸ ਸਮੇਂ ਲਾਲ ਸਿੰਘ ਗਦਾਰ ਨੇ ਮਿਸਟਰ ਨਿਕਲਸਨ ਨੂੰ ਲਿਖ ਭੇਜਿਆ ਕਿ ਮੈਂ ਸਤਲੁਜ ਤੋਂ ਇਸ ਪਾਰ ਫੌਜ ਨਾਲ ਆ ਗਿਆ ਹਾਂ, ਅੱਗੋਂ ਕੀ ਕਰਨਾ ਹੈ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ ਹਾਂ। ਵੇਖੋ ਗਦਾਰੀ ਦਾ ਐਂਡ ਹੁੰਦਾ ਕੋਈ। ਨਿਕਲਸਨ ਨੇ ਉੱਤਰ ਭੇਜਿਆ ਕਿ ਜੇ ਤੁਸੀਂ ਅੰਗਰੇਜ਼ਾਂ ਦੇ ਮਿੱਤਰ ਹੋ ਤਾਂ ਫਿਰੋਜ਼ਪੁਰ ਉੱਪਰ ਹਮਲਾ ਨਾ ਕਰਨਾ। ਕੈਪਟਨ ਨਿਕਲਸਨ ਬਰਾਡਫੋਰਡ ਦਾ ਨਾਇਬ ਫਿਰੋਜ਼ਪੁਰ ਹੀ ਮੌਜੂਦ ਸੀ ਉਸ ਵੇਲੇ। ਆਪਣੀ ਫੌਜ ਨੂੰ ਮੁਦਕੀ ਵਾਲੇ ਪਾਸੇ ਲੈ ਜਾਓ। ਸੋ ਲਾਲ ਸਿੰਘ ਨੇ ਸਿੱਖ ਫੌਜ ਨੂੰ ਫਿਰੋਜ਼ਪੁਰ ਉੱਪਰ ਹਮਲਾ ਕਰਨ ਤੋਂ ਕਈ ਬਹਾਨੇ ਲਾ ਕੇ ਤੇ ਰੋਕ ਦਿੱਤਾ ਤੇ ਮੁਦਕੀ ਵਾਲੀ ਸਾਈਡ ਨੂੰ ਤੁਰ ਪਏ। ਮੈਕਗ੍ਰੈਗਰ ਲਿਖਦਾ ਕਿ ਜੇ ਸਿੱਖ ਫਿਰੋਜ਼ਪੁਰ ਉੱਪਰ ਹਮਲਾ ਕਰ ਦਿੰਦੇ ਤਾਂ ਸਰ ਲਿਟਲ ਸ਼ਹਿਰ ਨੂੰ ਬਚਾ ਨਹੀਂ ਸੀ ਸਕਦਾ। ਸਮਿਥ ਲਿਖਦਾ ਕਿ ਸਿੱਖ ਬੜੇ ਆਰਾਮ ਨਾਲ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ ਪੁੱਜ ਸਕਦੇ ਸਨ। ਫਿਰੋਜ਼ਪੁਰ ਉੱਪਰ ਹਮਲਾ ਨਾ ਕਰਨਾ ਸਿੱਖਾਂ ਦੀ ਸਭ ਤੋਂ ਵੱਡੀ ਭੁੱਲ ਸੀ। ਜੇ ਕਦੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜਿੰਦਾ ਹੁੰਦੇ ਤਾਂ ਉਹ ਪਹਿਲਾ ਕੰਮ ਫਿਰੋਜ਼ਪੁਰ ਨੂੰ ਆਪਣੇ ਅਧੀਨ ਕਰਨ ਦਾ ਹੀ ਕਰਦੇ। ਦੂਸਰੇ ਪਾਸੇ ਤੋਂ ਰਣਜੋਤ ਸਿੰਘ ਲੁਧਿਆਣੇ ਨੇੜਿਓਂ ਸਤਲੁਜ ਟੱਪ ਕੇ ਤੇ ਦਰਿਆ ਦੇ ਕੰਢੇ ਆਣ ਕੇ ਤੇ ਬੈਠਾ ਰਿਹਾ। ਉਸ ਨੂੰ ਤਾਂ ਚਾਹੀਦਾ ਸੀ ਕਿ ਉਹ ਸਿੱਧਾ ਦਿੱਲੀ 'ਤੇ ਹਮਲਾ ਕਰਦਾ ਤੇ ਅੰਗਰੇਜ਼ ਫੌਜਾਂ ਨੂੰ ਇਕੱਠਿਆਂ ਹੀ ਨਾ ਹੋਣ ਦਿੰਦਾ, ਤਾਂ ਕਿ ਉਹ ਜਿਹੜੇ ਉੱਧਰੋਂ ਆ ਰਹੇ ਸੀ ਫਿਰੋਜ਼ਪੁਰ ਵੱਲ ਉਹ ਉੱਥੇ ਪਹੁੰਚਦੇ ਹੀ ਨਾ। ਸੋ ਪਰ ਇਹ ਸਭ ਕੁਝ ਹੋ ਤਾਂ ਸਕਦਾ ਸੀ ਜੇ ਫੌਜੀ ਸੈਨਾਪਤੀ ਸੰਸੀਰ ਹੁੰਦੇ, ਤਾਂ ਗਦਾਰ ਨਾ ਹੁੰਦੇ। ਇਹ ਤਾਂ ਹੋ ਸਕਦਾ ਸੀ। ਇਹਦੇ ਬਾਰੇ ਹਰਚੰਦ ਸਿੰਘ ਨੇ ਇੱਕ ਕਵਿਤਾ 'ਚ ਬਿਆਨ ਕੀਤਾ ਹੈ, ਕਿਉਂਕਿ ਉਹਨੇ ਸਾਰਾ ਇਤਿਹਾਸ ਕਵਿਤਾ ਦੇ ਰੂਪ 'ਚ ਲਿਖਿਆ ਹੈ। ਉਹ ਕਹਿੰਦਾ, ਸਿੰਘਾਂ ਕਿਹਾ ਹੋਏ ਜੇ ਹੁਕਮ ਸਾਨੂੰ ਤੇ ਅਸੀਂ ਹੁਣੇ ਜੰਗ ਮਚਾਈਏ ਜੀ। ਤਿੰਨਾਂ ਪਾਸਿਓਂ ਸ਼ਹਿਰ ਨੂੰ ਘੇਰ ਲਿਆ ਤੇ ਹੁਣ ਬਹੁਤ ਹੀ ਦੇਰ ਨਾ ਲਾਈਏ ਜੀ। ਫਿਰੋਜ਼ਪੁਰ ਨੂੰ ਘੇਰ ਲਿਆ ਸੀ ਉਹਨਾਂ ਨੇ ਤਿੰਨਾਂ ਪਾਸਿਆਂ ਤੋਂ। 19 ਲੱਖ ਜੋ ਸਾਡਾ ਪਿਆ ਇੱਥੇ ਉਸ ਨੂੰ ਹੁਣੇ ਹੀ ਕੈਸ਼ ਕਰਾਈਏ ਜੀ। ਹਰਚੰਦ ਸਿੰਘਾ ਅੰਗਰੇਜ਼ ਨੂੰ ਇਲਮ ਹੋ ਜੇ ਤੇ ਐਸੇ ਉਸ ਨੂੰ ਹੱਥ ਦਿਖਾਈਏ ਜੀ। ਲਾਲ ਸਿੰਘ ਸੀ ਯਾਰ ਫਰੰਗੀਆਂ ਦਾ, ਉਸ ਫੌਜ ਨੂੰ ਰੋਕਾਂ ਪਾਈਆਂ ਨੇ। ਅਜੇ ਠਹਿਰੋ ਆਖ ਕੇ ਰੋਕ ਦਿੱਤੇ, ਘੜੀਆਂ ਕੀਮਤੀ ਉਸ ਗਵਾਈਆਂ ਨੇ। ਉਸ ਵੇਲੇ ਜੇ ਨਲੂਆ ਸ਼ੇਰ ਹੁੰਦਾ ਜਾਂ ਜਿਉਂਦਾ ਸ਼ੇਰੇ ਪੰਜਾਬ ਹੁੰਦਾ, ਫਿਰੋਜ਼ਪੁਰ 'ਚੋਂ ਸੋਧ ਫਰੰਗੀਆਂ ਨੂੰ ਕੀਤਾ ਉਹਨਾਂ ਦੇ ਨਾਲ ਹਿਸਾਬ ਹੁੰਦਾ। ਮਿਲਣ ਦੇਂਦੇ ਨਾ ਦਲ ਫਰੰਗੀਆਂ ਦਾ, ਖਾਨਾ ਅੰਗਰੇਜ਼ ਦਾ ਕੀਤਾ ਖਰਾਬ ਹੁੰਦਾ। ਤੇ ਹਰਚੰਦ ਸਿੰਘਾਂ ਨਾਲ ਰੁਲਦੀ ਬਾਦਸ਼ਾਹੀ ਤੇ ਗੁਲਾਮ ਕਦੇ ਨਾ ਦੇਸ਼ ਪੰਜਾਬ ਹੁੰਦਾ। ਹੁਣ ਆਪਾਂ ਆਉਂਦੇ ਹਾਂ ਕਿ ਕਿਉਂਕਿ ਉਹ ਫੌਜਾਂ ਫਿਰੋਜ਼ਪੁਰ ਤੋਂ ਇਹ ਵੀ ਇੱਧਰ ਲੈ ਆ, ਦੂਸਰੇ ਪਾਸੇ ਦਿੱਲੀ ਵੱਲੋਂ ਵੀ ਉਹਨਾਂ ਦੀਆਂ ਫੌਜਾਂ ਜਿਹੜੀਆਂ ਦੂਸਰੇ ਪਾਸਿਓਂ ਅੰਬਾਲਾ ਵਗੈਰਾ ਵੱਲੋਂ ਉਹ ਵੀ ਉੱਥੇ ਆ ਗਈਆਂ ਮੁਦਕੀ ਦੇ ਸਥਾਨ 'ਤੇ। ਉਹ ਆਪਾਂ ਉੱਥੇ ਜਿਹੜੀ ਲੜਾਈ ਹੁੰਦੀ ਆ ਉਹਦੇ ਬਾਰੇ ਗੱਲ ਕਰਦੇ ਹਾਂ। ਸਿੱਖਾਂ ਅਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਮੁਦਕੀ ਦੇ ਮੈਦਾਨ ਵਿੱਚ ਹੋਈ। ਅੰਗਰੇਜ਼ਾਂ ਵੱਲੋਂ ਸਰ ਹੈਰੀ ਸਮਿਥ, ਬ੍ਰਿਗੇਡੀਅਰ ਗੱਫ, ਬ੍ਰਿਗੇਡੀਅਰ ਵੀਲਰ, ਬ੍ਰਿਗੇਡੀਅਰ ਬੋਲਟਨ, ਬ੍ਰਿਗੇਡੀਅਰ ਮੈਕਟੀਅਰ, ਮੈਕਾਸਕਿਲ ਅਤੇ ਬ੍ਰਿਗੇਡੀਅਰ ਵਾਲਸ ਵਰਗੇ ਅਫਸਰ ਆਪਣੇ ਸੈਨਾਪਤੀ ਸਰ ਹਿਊ ਗੱਫ ਅਤੇ ਟੁੰਡੀ ਲਾਟ ਵਰਗਿਆਂ ਦੀ ਕਮਾਂਡ ਹੇਠ 11,000 ਫੌਜ ਨਾਲ ਸਿੱਖਾਂ ਨਾਲ ਦੋ ਹੱਥ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ। ਸਿੱਖਾਂ ਵੱਲੋਂ ਜਰਨੈਲ ਅਮਰਨਾਥ, ਕਨ੍ਹਈਆ ਲਾਲ ਬਖਸ਼ੀ, ਰਾਮ ਸਿੰਘ, ਬੁੱਧ ਸਿੰਘ, ਚਤਰ ਸਿੰਘ ਕਾਲਿਆਂਵਾਲਾ ਤੇ ਅਯੁੱਧਿਆ ਪ੍ਰਸ਼ਾਦ ਲਾਲ ਸਿੰਘ ਦੀ ਅਗਵਾਈ ਹੇਠ ਵੀ 11,000 ਦੀ ਫੌਜ ਨਾਲ ਹੀ
ਉੱਥੇ ਮੌਜੂਦ ਸਨ। ਪਰ ਇਹਨਾਂ ਦੇ ਵਿੱਚ 4000 ਗੋਰਖਾ ਅਤੇ ਮੁਸਲਮਾਨ ਉਹ ਫੌਜ ਵੀ ਸੀ ਜਿਹੜੀ ਸਿੱਧੀ ਡਾਇਰੈਕਟ ਲਾਲ ਸਿੰਘ ਦੇ ਅੰਡਰ ਸੀ। ਸੋ ਦੋਵਾਂ ਪਾਸਿਆਂ ਦੇ ਆਗੂਆਂ ਵਿੱਚ ਇਸ ਲੜਾਈ ਲੜਨ ਦਾ ਬਹੁਤ ਵੱਡਾ ਫਰਕ ਸੀ। ਅੰਗਰੇਜ਼ ਜਿੱਤ ਹਾਸਲ ਕਰਕੇ ਪੰਜਾਬ ਨੂੰ ਕਬਜ਼ੇ ਵਿੱਚ ਕਰਨਾ ਚਾਹੁੰਦੇ ਸਨ, ਪਰ ਦੂਜੇ ਪਾਸੇ ਸਿੱਖ ਆਗੂ ਜਿਹੜੇ ਆ ਉਹ ਮੈਕਗ੍ਰੈਗਰ ਇਤਿਹਾਸਕਾਰ ਦੇ ਅਨੁਸਾਰ ਆਪਣੀ ਫੌਜ ਨੂੰ ਮਰਵਾਉਣ ਅਤੇ ਤਬਾਹ ਕਰਵਾਉਣ ਲਈ ਲੜਨ ਆਏ ਸਨ। ਉਹ ਅੰਗਰੇਜ਼ਾਂ ਦੇ ਇਲਾਕੇ ਉੱਪਰ ਕਬਜ਼ਾ ਕਰਨ ਲਈ ਨਹੀਂ ਲੜ ਰਹੇ ਸਨ। 18 ਦਸੰਬਰ 1845 ਨੂੰ ਦੋਹਾਂ ਪਾਸਿਓਂ ਸਾਰਾ ਦਿਨ ਜੰਗ ਦੀ ਤਿਆਰੀ ਹੁੰਦੀ ਰਹੀ। ਸ਼ਾਮ ਨੂੰ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਦਾ ਮੂੰਹ ਸਿੰਘਾਂ ਵੱਲ ਖੋਲ੍ਹ ਦਿੱਤਾ। ਅੱਗੋਂ ਸਿੰਘਾਂ ਨੇ ਵੀ ਬੋਲੇ ਸੋ ਨਿਹਾਲ ਦੇ ਨਾਅਰਿਆਂ ਨਾਲ ਅਸਮਾਨ ਗੁੰਜਾ ਦਿੱਤਾ। ਜ਼ਬਰਦਸਤ ਲੜਾਈ ਸ਼ੁਰੂ ਹੋ ਗਈ। ਇੱਕ ਪਾਸੇ ਅੰਗਰੇਜ਼ਾਂ ਦਾ ਯੂਨੀਅਨ ਜੈਕ ਵਾਲਾ ਝੰਡਾ ਤੇ ਦੂਸਰੇ ਪਾਸੇ ਕੇਸਰੀ ਨਿਸ਼ਾਨ ਸਾਹਿਬ ਝੂਲ ਰਹੇ ਸਨ। ਬਸ ਪਲਾਂ ਵਿੱਚ ਹੀ ਮੁਦਕੀ ਦੀ ਧਰਤੀ ਲਹੂ ਨਾਲ ਰੰਗੀ ਗਈ। 4 ਚਫੇਰੇ ਲੋਥਾਂ ਦੇ ਢੇਰ ਲੱਗ ਗਏ। ਅੰਗਰੇਜ਼ੀ ਫੌਜ ਨੇ ਉਸੇ ਜੋਸ਼ ਨਾਲ ਹੱਲਾ ਕੀਤਾ ਜਿਸ ਨਾਲ ਉਸਨੇ ਹਿੰਦੁਸਤਾਨ ਦੀਆਂ ਕਈ ਰਿਆਸਤਾਂ ਫਤਿਹ ਕੀਤੀਆਂ ਸਨ। ਪਰ ਛੇਤੀ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਵਾਰ ਬਰਾਬਰ ਦੇ ਬਹਾਦਰਾਂ ਨਾਲ ਵਾਹ ਪਿਆ ਹੈ। ਇਹ ਕੋਈ ਸੌਖਾ ਕੰਮ ਨਹੀਂ। ਖਾਲਸਾ ਫੌਜ ਨੇ ਵੀ ਉਹਨਾਂ ਦੇ ਹਮਲੇ ਦਾ ਜਵਾਬ ਉਸੇ ਲਹਿਜੇ ਵਿੱਚ ਦਿੱਤਾ। ਅੰਗਰੇਜ਼ੀ ਫੌਜ ਲੋਹੇ ਦੀ ਕੰਧ ਨਾਲ ਟਕਰਾ ਕੇ ਪਿੱਛੇ ਹਟਣ ਲੱਗੀ ਤਾਂ ਸਿੱਖ ਫੌਜ ਨੇ ਸ਼ੇਰਵਾਈ ਹੱਲਾ ਬੋਲ ਦਿੱਤਾ। ਇਸ ਭੁੱਖੇ ਸ਼ੇਰਾਂ ਦੇ ਵਾਰ ਅੱਗੇ ਅੰਗਰੇਜ਼ੀ ਫੌਜ ਟਿਕ ਨਾ ਸਕੇ। ਉਸ ਦਾ ਇੱਕ ਹਿੱਸਾ ਪਿੱਛੇ ਨੱਸ ਉੱਠਿਆ। ਇੱਥੇ ਵੇਖੋ, ਇੱਥੇ ਚਾਹੀਦਾ ਤੇ ਜੇ ਸਿੰਸੀਅਰ ਲੀਡਰ ਹੁੰਦਾ ਤੇ ਉਹ ਉਸੇ ਵੇਲੇ ਉਹਨਾਂ ਦੇ ਮਗਰ ਪੈ ਕੇ ਤੇ ਉਹਨਾਂ ਨੂੰ ਹੋਰ ਤਬਾਹੀ ਉਹਨਾਂ ਦੀ ਮਚਾ ਸਕਦਾ ਸੀ। ਪਰ ਗਦਾਰ ਲਾਲ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ। ਉਸਨੇ ਉਸੇ ਵਕਤ ਆਪਣੀ 4000 ਡੋਗਰਾ ਤੇ ਮੁਸਲਮਾਨ ਫੌਜ ਨੂੰ ਮੈਦਾਨ ਵਿੱਚੋਂ ਪਿੱਛੇ ਹਟਾ ਲਿਆ ਤੇ ਬਾਕੀ ਖਾਲਸਾ ਫੌਜ ਨੂੰ ਵੀ ਪਿੱਛੇ ਆਉਣ ਦਾ ਹੁਕਮ ਦੇ ਦਿੱਤਾ, ਜਦੋਂ ਕਿ ਉਹਨਾਂ ਦੀ ਫੌਜ ਅੱਗੇ ਲਾ ਕੇ ਭੱਜ ਰਹੀ ਸੀ। ਉਸ ਦੇ ਪਿੱਛੇ ਪਿੱਛੇ ਕਨ੍ਹਈਆ ਲਾਲ, ਅਯੁੱਧਿਆ ਪ੍ਰਸਾਦ ਤੇ ਅਮਰਨਾਥ ਵੀ ਆਪਣੀਆਂ ਫੌਜੀ ਟੋਲੀਆਂ ਲੈ ਕੇ ਵਾਪਸ ਭੱਜ ਉੱਠੇ। ਹੁਣ ਇਹਨਾਂ ਗਦਾਰਾਂ ਦੇ ਪਿੱਛੇ ਭੱਜ ਜਾਣ ਦੇ ਬਾਵਜੂਦ ਵੀ ਜਿਹੜੇ ਉੱਥੇ 4-5 ਹਜ਼ਾਰ ਖਾਲਸਾ ਫੌਜੀ ਮੈਦਾਨ ਵਿੱਚ ਫਿਰ ਵੀ ਡਟੇ ਰਹੇ। ਸੈਨਾਪਤੀ ਗੱਫ ਅਤੇ ਲਾਰਡ ਹਾਰਡਿੰਗ ਹੈਰਾਨ ਸਨ ਕਿ ਇਹ ਫੌਜੀ ਆਪਣੇ ਅਫਸਰਾਂ ਦੀ ਗਦਾਰੀ ਦੇ ਬਾਵਜੂਦ ਅਥਾਹ ਜੋਸ਼ ਅਤੇ ਜਾਨਾਂ ਹੀਲ ਕੇ ਲੜ ਰਹੇ ਸਨ। ਸੂਰਜ ਛੁਪ ਚੁੱਕਾ ਸੀ, ਹਨੇਰਾ ਪਸਰ ਰਿਹਾ ਸੀ, ਪਰ ਅੰਗਰੇਜ਼ ਹੱਲੇ ਤੇ ਹੱਲਾ ਕਰ ਰਹੇ ਸਨ, ਜਿਸ ਦਾ ਜਵਾਬ ਸਿੱਖ ਫੌਜੀ ਦੂਣੇ ਬਲ ਨਾਲ ਦੇ ਰਹੇ ਸਨ। ਅੰਗਰੇਜ਼ੀ ਅਫਸਰ ਤੇ ਫੌਜ ਸਿੱਖਾਂ ਦੀ ਦਲੇਰੀ ਤੇ ਬਹਾਦਰੀ ਉੱਪਰ ਮੋਹੀ ਗਈ ਸੀ। ਇਸ ਲੜਾਈ ਵਿੱਚ ਦੋਹਾਂ ਪਾਸਿਆਂ ਦੀਆਂ ਫੌਜਾਂ ਦਾ ਬਹੁਤ ਘਾਣ ਹੋਇਆ। ਸਿੱਖਾਂ ਨੇ ਅੰਗਰੇਜ਼ਾਂ ਦੇ ਬਹੁਤ ਆਊ ਲਾਏ। ਅੱਧੀ ਰਾਤ ਨੂੰ ਲੜਾਈ ਬੰਦ ਹੋਈ। ਅੰਗਰੇਜ਼ਾਂ ਨੇ ਬਾਕੀ ਦੀ ਰਾਤ ਡਰਦਿਆਂ ਮੋਰਚਿਆਂ ਵਿੱਚ ਹੀ ਕੱਟੀ। ਕਈ ਇਤਿਹਾਸਕਾਰ ਇਸ ਮੁਦਕੀ ਦੀ ਲੜਾਈ ਨੂੰ ਸਿੱਖਾਂ ਦੀ ਜਿੱਤ ਕਰਾਰ ਦਿੰਦੇ ਹਨ, ਜੋ ਆਪਣੇ ਲੀਡਰਾਂ ਤੋਂ ਬਗੈਰ ਹੀ ਲੜਾਈ ਬੰਦ ਹੋਣ ਤੱਕ ਅੰਗਰੇਜ਼ਾਂ ਨੂੰ ਪਿੱਛੇ ਤੱਕਦੀ ਰਹੀ। ਇਸ ਕਰਕੇ ਉੱਥੇ ਬਹੁਤ ਸਾਰੇ ਸਿੱਖ ਫੌਜੀ ਸ਼ਹੀਦ ਹੋ ਗਏ ਸਨ। ਬਾਕੀ ਦੇ ਕੁਝ ਤੇਜਾ ਸੋਂ ਦੀ ਫੌਜ ਨਾਲ ਜਾ ਰਲੇ ਤੇ ਕੁਝ ਦਰਿਆ ਪਰ ਕਰ ਵਾਪਸ ਮੁੜ ਆਏ। ਅੰਗਰੇਜ਼ਾਂ ਵੱਲੋਂ ਲਾਰਡ ਹਾਰਡਿੰਗ, ਜਿਵੇਂ ਮੈਂ ਅੱਗੇ ਕਹਿ ਦਿੱਤਾ, ਜਿਹਨੂੰ ਟੁੰਡੀ ਲਾਟ ਵੀ ਕਹਿੰਦੇ ਸੀ, ਉਸਨੇ ਵੀ ਆਪਣੇ ਫੌਜੀਆਂ ਨੂੰ ਬਹੁਤ ਜੋਸ਼ ਨਾਲ ਲੜਨ ਲਈ ਪ੍ਰੇਰਿਆ ਸੀ। ਉਸਨੇ ਉਸ ਵਕਤ ਫਿਰ ਬੜਾ ਤਗੜਾ ਹਮਲਾ ਕੀਤਾ, ਨਵੀਂ ਫੌਜ ਲਿਆ ਕੇ। ਇਸ ਲੜਾਈ ਵਿੱਚ ਅੰਗਰੇਜ਼ਾਂ ਨੂੰ ਸਵੇਰ ਹੁੰਦਿਆਂ ਹੀ ਮੈਦਾਨ ਖਾਲੀ ਮਿਲਿਆ ਅਤੇ ਸਿੱਖਾਂ ਵੱਲੋਂ ਪਿੱਛੇ ਛੱਡੀਆਂ 17 ਛੋਟੀਆਂ ਵੱਡੀਆਂ ਤੋਪਾਂ ਵੀ ਉਹਨਾਂ ਦੇ ਅੰਗਰੇਜ਼ਾਂ ਦੇ ਹੱਥ ਆ ਗਈਆਂ। ਪਰ ਇਹ ਜਿੱਤ ਅੰਗਰੇਜ਼ਾਂ ਨੂੰ ਬਹੁਤ ਮਹਿੰਗੀ ਪਈ ਸੀ। ਇਸ ਵਿੱਚ ਉਹਨਾਂ ਦੇ ਵੱਡੇ ਵੱਡੇ ਅਫਸਰ
ਸਰ ਰਾਬਰਟ ਸੇਲ, ਸਰ ਜਾਨ ਮਕਾਸਕਿਲ ਅਤੇ ਬ੍ਰਿਗੇਡੀਅਰ ਬੋਲਟਨ ਤੋਂ ਇਲਾਵਾ 13 ਅੰਗਰੇਜ਼ ਅਫਸਰ, ਜਿਨ੍ਹਾਂ ਵਿੱਚ 2 ਦੇਸੀ ਅਫਸਰ ਵੀ ਸਨ, 215 ਫੌਜੀ ਮਾਰੇ ਗਏ ਸਨ ਅਤੇ 657 ਜ਼ਖਮੀ ਹੋਏ ਸਨ। ਸਿੱਖਾਂ ਦਾ ਵੀ ਨੁਕਸਾਨ ਬਹੁਤ ਹੋਇਆ, ਪਰ ਕੋਈ ਗਿਣਤੀ ਨਹੀਂ, ਕਿਉਂਕਿ ਇਹ ਤਾਂ ਸਾਡੀ ਤਾਂ ਬਦਬਖਤੀ ਹੈ ਨਾ, ਤਰਾਸਦੀ ਹੈ ਸਾਡੇ ਸਿੱਖਾਂ ਦੀ ਕਿ ਅਸੀਂ ਇਤਿਹਾਸ ਨੂੰ ਸੰਭਾਲਣਾ ਹੀ ਨਹੀਂਗਾ, ਨਾ ਕਿਸੇ ਤਰ੍ਹਾਂ ਉਹਦੀ ਕੋਈ ਗਿਣਤੀ ਮਿਣਤੀ ਕਰਨੀ ਹੈ। ਹੁਣ 1984 ਦਾ ਮਸਲਾ ਲੈ ਲਓ ਤੁਸੀਂ। 1984 'ਚ ਸਾਡੇ ਪਾਸ ਅਜੇ ਤੱਕ ਕੋਈ ਰੈਕਰਡ ਨਹੀਂਗਾ ਕਿ 1984 'ਚ ਕਿੰਨੀਆਂ ਸ਼ਹੀਦੀਆਂ ਹੋਈਆਂ, ਕਿੰਨੇ ਉਹਦੇ 'ਚ ਬੱਚੇ ਸੀ, ਕਿੰਨੀਆਂ ਜਨਾਨੀਆਂ ਸੀ, ਜਾਂ ਉਸ ਦੇ ਬਾਅਦ ਜਿਹੜੇ 2-3 ਸਾਲ ਪੰਜਾਬ ਜਿੱਥੇ ਕਹਿੰਦੇ ਸੀ ਇੱਕ ਜਨਰੇਸ਼ਨ ਹੀ ਸਾਡੀ ਖਤਮ ਕਰਤੀ ਇਹਨਾਂ ਨੇ, ਕਿ ਪਿੰਡਾਂ 'ਚ ਕੋਈ ਮੁੰਡਾ ਨਹੀਂ ਰਹਿ ਗਿਆ ਵਿਆਹ ਕਰਾਉਣ ਵਾਲਾ, ਉਹਨਾਂ ਦੇ ਵਾਸਤੇ ਵੀ ਕੋਈ ਕੈਲਕੂਲੇਸ਼ਨ, ਕੋਈ ਗਿਣਤੀ ਮਿਣਤੀ ਨਹੀਂ ਹੋਈ ਜਿਹੜੀ ਚਾਹੀਦੀ ਤਾਂ ਸਾਡੀਆਂ ਸਰਕਾਰਾਂ ਨੂੰ ਸੀ। ਉਸ ਵੇਲੇ ਅਕਾਲੀਆਂ ਨੇ ਮੋਰਚਾ ਲਾਇਆ ਸੀ, ਅਕਾਲੀ ਸਰਕਾਰ ਆਈ ਸੀ, ਉਹਨੂੰ ਚਾਹੀਦਾ ਸੀ ਨਾ, ਪਰ ਹੁਣ ਉਹਦੇ ਭੁੱਲ ਗਏ। ਉਹ ਕਿਵੇਂ ਕਰਦੇ, ਉਹ ਵੀ ਲਾਲਚੋਂ ਵਰਗੇ ਹੀ ਥੋੜ੍ਹੇ ਥੋੜ੍ਹੇ ਸੀ, ਤਾਂ ਕਰਕੇ ਨਾ। ਕਨਿੰਗਮ ਲਿਖਦਾ ਕਿ ਅੰਗਰੇਜ਼ਾਂ ਦੀ ਇਹ ਫਤਿਹ ਉਹਨਾਂ ਦੀਆਂ ਹੋਰ ਜਿੱਤਾਂ ਵਾਂਗ ਪੂਰੀ ਫਤਿਹ ਨਹੀਂ ਸੀ। ਹਰਚੰਦ ਸਿੰਘ ਫਿਰ ਆਪਣੀ ਕਵਿਤਾ ਦੇ ਰੂਪ ਜਿਹੜਾ ਇਤਿਹਾਸ ਵਰਣਨ ਕਰਦਾ ਹੈ, ਉਹ ਆਪਾਂ ਥੋੜ੍ਹਾ ਜਿਹਾ ਤੁਹਾਡੇ ਨਾਲ ਮੈਂ ਸਾਂਝੀ ਕਰ ਦਿੰਦਾ ਹਾਂ। ਉਸ ਤੋਂ ਬਾਅਦ ਅਗਲਾ ਜਿਹੜਾ ਇਤਿਹਾਸ ਹੈ ਉਹ ਆਪਾਂ ਅਗਲੇ ਹਫ਼ਤੇ ਕਰਾਂਗੇ। ਉਹ ਕਹਿੰਦਾ, ਸਿੰਘ ਮੁਦਕੀ ਲੜੇ ਦੇਸ਼ ਲਈ ਤੇ ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੇ, ਹੁੰਦਾ ਸ਼ੇਰੇ ਪੰਜਾਬ ਤਾਂ ਮੁੱਲ ਪਾਉਂਦਾ ਜੋ ਸਿੰਘਾਂ ਨੇ ਤੇਗਾਂ ਮਾਰੀਆਂ ਨੇ, ਅੱਗੇ ਡਾਹ ਕੇ ਪਿੱਛੋਂ ਭੱਜ ਗਏ ਤੇ ਮੁਖੀ ਸਿੱਖਾਂ ਦੇ ਕਰ ਗਦਾਰੀਆਂ ਨੇ, ਤੇ ਲੋ ਹੋਈ ਤੇ ਲੈ ਕੇ ਦੂਰਬੀਨਾਂ ਟੁੰਡੀ ਲਾਟ ਨੇ ਨਜ਼ਰਾਂ ਮਾਰੀਆਂ ਨੇ, 17 ਤੋਪਾਂ ਮੈਦਾਨ ਦੇ ਵਿੱਚ ਖੜੀਆਂ, ਕੁਝ ਹੌਲੀਆਂ ਤੇ ਕੁਝ ਭਾਰੀਆਂ ਨੇ, ਹਰਚੰਦ ਸਿੰਘ ਅੰਗਰੇਜ਼ ਦੇ ਹੱਥ ਆਈਆਂ ਪਈਆਂ ਸੁਨੀਆਂ ਵਸਤਾਂ ਸਾਰੀਆਂ ਨੇ, ਜੰਗ ਮੁਦਕੀ ਗੋਰਿਆਂ ਹੱਥ ਆਈ ਤੇ ਭੱਜਾ ਲਾਲ ਸਿਉਂ ਕੰਡ ਵਿਖਾ ਕੇ ਜੀ, ਸਿੱਖ ਫੌਜੀ ਜੋ ਸੀ ਬਚ ਗਏ ਤੇ ਰਹਿੰਦੀ ਰਾਤ ਦਾ ਸਫ਼ਰ ਮੁਕਾ ਕੇ ਜੀ, ਕੁਝ ਪਾਰ ਦਰਿਆ ਸੀ ਕਰ ਗਏ ਤੇ ਕੁਝ ਮਿਲੇ ਫੌਜ ਨੂੰ ਧਾ ਕੇ ਜੀ, ਤੇ ਹਰਚੰਦ ਸਿੰਘਾ ਫੇਰੂ ਸ਼ਹਿਰ ਫੌਜਾਂ ਫਿਰ ਜੁੜੀਆਂ ਪਾਸਿਓਂ ਆ ਕੇ ਜੀ, ਜਿਹਦਾ ਇਤਿਹਾਸ ਆਪਾਂ ਅਗਲੇ ਹਫ਼ਤੇ ਫੇਰੂ ਸ਼ਹਿਰ ਦੀ ਜੰਗ ਜਿਹੜੀ ਹੈ ਉਹਦੇ ਨਾਂ ਦੇ ਨਾਲ ਆਪਾਂ ਅਗਲੇ ਹਫ਼ਤੇ ਸਾਂਝਾ ਕਰਾਂਗੇ। ਹੁਣ ਤੁਹਾਡੇ ਨਾਲ ਮੈਂ ਇੱਕ ਛੋਟੀ ਜਿਹੀ ਮੁਦਕੀ ਸ਼ਹਿਰ ਦੀ ਜੰਗ ਜਿਹੜੀ ਹੈ ਉਹ ਤੁਹਾਡੇ ਨਾਲ ਢਾਡੀ ਕਵੀਸ਼ਰ ਜਥਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਾ। ਮਿੰਟ ਆਪਣੇ ਕੋਲ 3 ਕੁ ਨੇ ਅਤੇ ਉਹਦੇ ਵਿੱਚ ਆਪਾਂ ਇਹ ਕਰਦੇ ਹਾਂ, ਸੁਣਦੇ ਹਾਂ। ਸੋ ਉਹਦੇ ਨਾਲ ਫਿਰ ਇਹ ਹੈ ਕਿ ਆਪਾਂ ਨੂੰ ਥੋੜ੍ਹਾ ਜਿਹਾ ਕਵਿਤਾ ਦਾ ਰੂਪ ਵੀ ਮਿਲ ਜੂਗਾ। Yeah.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।